ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਰੈਫਰੈਂਸ ਲਾਇਬ੍ਰੇਰੀ USA ਜਿਸ ਤਰ੍ਹਾਂ ਕਿ ਪੁਸਤਕਾਂ ਦਾ ਭੰਡਾਰ ਇਕੱਠਾ ਕਰ ਰਹੀ ਹੈ, ਗਿਆਨ ਦਾ ਭੰਡਾਰ ਇਕੱਠਾ ਕਰ ਰਹੀ ਹੈ, ਉਸੇ ਤਰ੍ਹਾਂ ਵੀ ਜਦੋਂ ਸਮੇਂ-ਸਮੇਂ 'ਤੇ ਇੱਥੇ ਵਿਦਵਾਨ ਹੁੰਦੇ ਹਨ, ਸਕਾਲਰ ਹੁੰਦੇ ਹਨ ਅਤੇ ਉਹਨਾਂ ਤੋਂ ਵੀ ਸਿੱਖਦੀ ਹੈ ਅਤੇ ਨਾਲ ਕੋਸ਼ਿਸ਼ ਕਰਦੀ ਹੈ ਕਿ ਜੋ ਅਸੀਂ ਸਿੱਖਿਆ ਉਹਨੂੰ ਅੱਗੇ ਵੀ ਪਹੁੰਚਾਇਆ ਜਾਵੇ। ਇਸੇ ਲਈ ਤਹਿਤ ਖਾਲਸਾ ਨਿਊਜ਼ ਦੇ ਪੋਡਕਾਸਟ ਵੀ ਸ਼ੁਰੂ ਕੀਤਾ ਗਿਆ, ਜਿਸ ਨੂੰ ਆਪ ਸਪੋਟੀਫਾਈ, ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਬਾਕੀ ਨਿਊਜ਼ ਚੈਨਲਾਂ 'ਤੇ ਜਿਹੜੇ ਕਿ US ਦੇ ਜਾਂ ਬਾਕੀ ਵਿਦੇਸ਼ਾਂ ਵਿੱਚ ਉਹਨਾਂ 'ਤੇ ਵੀ ਸੁਣ ਸਕਦੇ ਹੋ। ਇਸੇ ਤਰ੍ਹਾਂ ਹੀ ਅੱਜ ਸਾਡੇ ਕੋਲ ਦਮਦਮੀ ਟਕਸਾਲ ਦੇ ਮੁੱਖ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਸਾਡੇ ਕੋਲ ਆਏ ਹੋਏ ਹਨ। ਅਸੀਂ ਉਹਨਾਂ ਨੂੰ ਜੀਓ ਆਖਦੇ ਹਾਂ ਅਤੇ ਨਾਲ ਹੀ ਉਹਨਾਂ ਕੋਲ ਕੁਛ ਜਾਣਕਾਰੀ ਲੈਂਦੇ ਹਾਂ, ਸਿੱਖਦੇ ਹਾਂ ਅਤੇ ਨਾਲ ਯਤਨ ਕਰਦੇ ਹਾਂ ਕਿ ਆਹ ਸੰਗਤਾਂ ਤੱਕ ਇਹ ਸਾਰਾ ਸੁਨੇਹਾ ਪਹੁੰਚਾਇਆ ਜਾਵੇ। ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਸ ਵੀ ਧਰਤੀ 'ਤੇ ਬੈਠੀਆਂ ਹੋਈਆਂ ਹਨ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅਦਾਰਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸੰਚਾਲਕ ਭਾਈ ਸਤਿਪ੍ਰੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਦਾਸ ਨੂੰ ਅੱਜ ਆਪਣੇ ਅਦਾਰੇ ਵਿੱਚ ਬੁਲਾਇਆ ਅਤੇ ਬਹੁਤ ਵੱਡੇ ਇਹ ਉਪਰਾਲੇ ਕਰ ਰਹੇ ਨੇ, ਉਹਨਾਂ ਦੀ ਸ਼ਲਾਘਾ ਹੈ। ਹਾਂਜੀ ਭਾਈ ਸਾਹਿਬ। ਜਿਵੇਂ ਕਿ ਅਸੀਂ ਸੰਸਾਰ ਵਿੱਚ ਹਮੇਸ਼ਾ ਹੀ ਹੋਕਾ ਦਿੰਦੇ ਹਾਂ ਜਾਂ ਸਾਰਾ ਸੰਸਾਰ ਹੋਕਾ ਦਿੰਦਾ ਹੈ ਕਿ ਸਾਂਝੀਵਾਲਤਾ ਅਤੇ ਵਿਲੱਖਣਤਾ, ਜਾਂ ਤੇ ਵਿਲੱਖਣਤਾ ਚੱਲਦੀ ਹੈ, ਨਿਆਰਾਪਨ ਚੱਲਦਾ ਹੈ, ਜਾਂ ਸਾਂਝੀਵਾਲਤਾ ਚੱਲਦੀ ਹੈ। ਇਸ ਤੋਂ ਕੀ ਭਾਵ ਹੈ ਅਤੇ ਇਹ ਦੋਵੇਂ ਗੁਣ ਕਿਵੇਂ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ? ਦੇਖੋ ਜੀ, ਜੇ ਤਾਂ ਇਹਨਾਂ ਦੇ ਆਖਰੀ ਅਰਥ ਕਰਾਂਗੇ, ਸਾਂਝੀਵਾਲਤਾ ਦਾ ਭਾਵ ਹੈ ਭਰਾਤਰੀ ਭਾਵ, ਹਾਂਜੀ, ਬ੍ਰਦਰਹੁੱਡ, ਕਿ ਜਿਹੜੀ ਆਪਸ ਦੇ ਵਿੱਚ ਸਾਂਝੀਵਾਲਤਾ, ਮੇਲ ਮਿਲਾਪ ਆ। ਬੇਸ਼ੱਕ ਸੰਸਾਰ ਦੇ ਅੰਦਰਲੇ ਸਾਰੇ ਹੀ ਧਰਮ ਆਪਣੀ ਆਪਣੀ ਜਗ੍ਹਾ 'ਤੇ ਸਤਿਕਾਰਯੋਗ ਨੇ, ਪਰ ਆਪਾਂ ਗੱਲ ਸਿੱਖ ਧਰਮ ਦੀ ਕਰ ਰਹੀ ਹਾਂ, ਜਿਹਦੇ ਵਿੱਚ ਇਹ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਸਤਿਗੁਰੂ ਪਾਤਸ਼ਾਹ ਜੀਆਂ ਨੇ ਬਖਸ਼ਿਆ। ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸ ਹੈ ਬਾਹਰਾ ਜੀਓ। ਸਾਨੂੰ ਗੁਰਬਾਣੀ ਇਹ ਸਿਖਾਉਂਦੀ ਹੈ, ਗੁਰੂ ਸਾਹਿਬ ਜੀ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਰਹਿਣਾ। ਹੁਣ ਦੇਖੋ, ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ ਜਾਂ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਦੇਖ ਲਓ, ਉਹਨਾਂ ਸਾਰੇ ਹੀ ਧਾਰਮਿਕ ਅਸਥਾਨਾਂ ਦੇ ਉੱਪਰ ਹਰੇਕ ਧਰਮ ਦਾ ਜਾਵੇਗਾ, ਉੱਥੇ ਨਤਮਸਤਕ ਹੋਵੇਗਾ, ਨਮਸਕਾਰ ਕਰ ਸਕੇਗਾ। ਦੇਖੋ, ਜਿਹੜਾ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਘਰ ਐਸਾ ਵਾ। ਬਾਕੀ ਧਰਮ ਦੇਖੋ ਤੁਸੀਂ, ਜਾਂ ਹਿੰਦੂ ਧਰਮ ਜਾਂ ਮੁਸਲਿਮ ਧਰਮ ਦੇ ਜਿਹੜੇ ਅਸਥਾਨ ਨੇ, ਮੱਕਾ ਹੈ, ਕਾਬਾ ਹੈ, ਉੱਥੇ ਗੈਰ ਮੁਸਲਿਮ ਧਰਮ ਦਾ ਕੋਈ ਵੀ ਇਨਸਾਨ ਨਹੀਂ ਜਾ ਸਕਦਾ। ਪਰ ਇਹ ਮਾਣ ਕੇਵਲ ਸਾਨੂੰ ਪ੍ਰਾਪਤ ਹੈ। ਇੱਥੋਂ ਇਹੀ ਭਾਵ ਹੈ ਕਿ ਇਹ ਸਿੱਖ ਧਰਮ ਇੱਕ ਸਾਂਝੀਵਾਲਤਾ ਦਾ ਉਪਦੇਸ਼ ਬਖਸ਼ਦਾ ਹੈ। ਅਗਲਾ ਸਵਾਲ ਤੁਹਾਡਾ ਸੀ ਵਿਲੱਖਣਤਾ। ਵਿਲੱਖਣਤਾ ਇੱਕ ਵਿਸ਼ੇਸ਼ਤਾ ਹੈ ਜਿਹੜੀ ਉਹ ਸਿੱਖ ਧਰਮ ਦੇ ਵਿੱਚ ਹੈ, ਜਾਂ ਉਸ ਨੂੰ ਨਿਆਰਾਪਨ ਵੀ ਕਹਿ ਦੇਵਾਂਗੇ। ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਪੰਥ ਹੈ, ਇਹ ਨਿਰਮਲ ਹੈ, ਇਹ ਨਿਆਰਾਪਨ। ਇਹਦੇ ਹਰੇਕ ਗੁਣ ਹੀ ਵਿਸ਼ੇਸ਼ ਹੋਆ। ਤੁਸੀਂ ਕਿਸੇ ਵੀ ਗੁਣ ਨੂੰ ਲੈ ਲਓ, ਵਿਸ਼ੇਸ਼ਤਾ, ਵਿਲੱਖਣਤਾ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਇੱਕ ਵਿਸ਼ੇਸ਼ਤਾ ਹੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਉਸ ਸਮੇਂ ਜਿੰਨੇ ਵੀ ਧਾਰਮਿਕ ਆਗੂ ਹੋਏ, ਸਾਰੇ ਬਾਦਸ਼ਾਹ ਦੇ ਅਧੀਨ ਹੀ ਰਹੇ, ਕਿਸੇ ਨਾ ਕਿਸੇ ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਦੇ ਨਾਲ। ਜੇ ਬਾਬਰ ਨੂੰ ਜਾਬਰ ਕਿਹਾ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਕਿਸੇ ਹੋਰ ਦੇ ਵਿੱਚ ਐਸੀ ਹੈਸੀਅਤ, ਐਸੀ ਹਿੰਮਤ ਨਹੀਂ ਸੀ ਕਿ ਉਹ ਬਾਦਸ਼ਾਹ ਦੇ ਸਾਹਮਣੇ ਉਹਨੂੰ ਜਾਬਰ ਕਹਿ ਸਕੇ। ਇਸ ਲਈ ਇਹ ਇੱਕ ਵਿਸ਼ੇਸ਼ਤਾ ਹੈ, ਇਹ ਇੱਕ ਵਿਲੱਖਣਤਾ ਹੈ। ਹੁਣ ਵੀ ਤੁਸੀਂ ਦੇਖੋ, ਪਿਛਲੇ ਸਮੇਂ ਕਰੋਨਾ ਕਾਲ ਦੇ ਵਿੱਚ ਅੱਜ USA ਦੇ ਵਿੱਚ ਹੀ ਇੱਥੋਂ ਦੇ ਕਿਸੇ ਵੱਡੇ ਪੋਲੀਟੀਕਲ ਦਾ ਬਿਆਨ ਸੀ ਕਿ ਜਿੰਨੇ ਵੀ ਸ਼ਹਿਰ ਹਨ ਨਾ USA ਦੇ, ਜੇ ਉਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਹੋਵੇ ਤੇ ਉਹ ਬਹੁਤ ਚੰਗਾ ਹੈ, ਕਿਉਂਕਿ ਇਹਨਾਂ ਨੇ ਕਿੰਨਾ ਸਹਿਯੋਗ ਕੀਤਾ। ਤੁਸੀਂ ਵੀ ਉਸ ਸਮੇਂ ਦੇ ਵਿੱਚ ਸਹਿਯੋਗ ਕੀਤਾ। ਇਸ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਸਾਂਝੀਵਾਲਤਾ ਤੇ ਵਿਲੱਖਣਤਾ ਇਹ ਵਿਸ਼ੇਸ਼ ਆ। ਇਹਨਾਂ ਦੋਵਾਂ ਦੇ ਇਹ ਅਰਥ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਵੀ ਨੇ। ਇੱਥੇ ਕੇਵਲ ਭਰਾਤਰੀ ਭਾਵ, ਆਪਸੀ ਪਿਆਰ ਦੀ ਸਾਂਝ ਹੈ, ਇੱਕ ਦੂਸਰੇ ਦੇ ਨਾਲ ਉਹ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਜੀ, ਬਹੁਤ ਹੀ ਸੋਹਣਾ ਖਾਲਸਾ ਜੀ ਨੇ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਸਾਂਝੀਵਾਲਤਾ ਅਤੇ ਨਿਆਰਾਪਨ, ਵਿਲੱਖਣਤਾ ਇਹੋ ਜਿਹੇ ਗੁਣ ਹਨ ਜੇ ਕਿ ਸੋਹਣਾ ਸੰਸਾਰ ਵਿੱਚ ਆਪਣਾ ਹਿੱਸਾ ਪਾ ਸਕਦੇ ਹਨ। ਜਿਵੇਂ ਕਿ ਅਸੀਂ USA ਦੀ ਗੱਲ ਕੀਤੀ, ਵਿਦੇਸ਼ਾਂ ਦੀ ਧਰਤੀ ਦੀ ਗੱਲ ਕੀਤੀ, ਹੁਣ ਸਾਡੇ ਕੋਲ ਪੰਜਾਬ ਦੀ ਧਰਤੀ 'ਤੇ ਬਹੁਤ ਪ੍ਰਚਾਰ ਹੈ।
ਪਰ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਘਾਟ ਹੈ। ਹਾਂਜੀ ਬਿਲਕੁਲ। ਸੋ ਵਿਦੇਸ਼ਾਂ ਦੀ ਧਰਤੀ ਤੇ ਪ੍ਰਚਾਰ ਤੇ ਪ੍ਰਸਾਰ ਕਰਨਾ ਕਿੰਨਾ ਕੁ ਜ਼ਰੂਰੀ ਹੈ, ਤੇ ਇਹ ਆਪਣੇ ਨਿਆਰੇਪਨ, ਆਪਣੀ ਵਿਲੱਖਣਤਾ ਤੇ ਸਿੱਖੀ ਦੇ ਨਾਲ ਜੋੜ ਕੇ ਇਸ ਸੰਸਾਰ ਵਿੱਚ ਕਿਸ ਤਰ੍ਹਾਂ ਅਸੀਂ ਇਸ ਨੂੰ ਸੋਹਣਾ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਾਂ। ਹੁਣ ਦੇਖੋ, ਜਿਹੜੀ ਪੰਜਾਬ ਦੀ ਧਰਤੀ ਹੈ ਉਹ ਗੁਰੂ ਪੀਰਾਂ ਦੀ ਸਾਜੀ ਹੋਈ, ਨਿਵਾਜੀ ਹੋਈ ਉਹ ਧਰਤੀ ਹੈ। ਉੱਥੇ ਸਾਡੇ ਅਨੇਕਾਂ ਧਾਰਮਿਕ ਸਥਾਨ ਨੇ, ਸਾਡੀ ਆਸਥਾ ਉਹਨਾਂ ਸਥਾਨਾਂ ਨਾਲ ਜੁੜੀ ਹੋਈ ਹੈ। ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਉੱਥੇ ਜਾ ਕੇ ਉੱਥੇ ਲੈ ਕੇ ਜਾਂਦੇ ਹਾਂ, ਤੇ ਆਟੋਮੈਟਿਕ ਉਹਨਾਂ ਦੇ ਵਿੱਚ ਉੱਥੋਂ ਦਾ ਇਤਿਹਾਸ ਪੜ੍ਹਨ ਤੋਂ ਉਹ ਫੀਲਿੰਗ ਆਉਂਦੀ ਹੈ। ਜਦੋਂ ਉਹ ਸਥਾਨ ਦੇ ਨੇੜੇ ਦੀ ਵੀ ਗੁਜ਼ਰੇ ਹੋਣਗੇ, ਫਿਰ ਉਹਨੂੰ ਪਤਾ ਲੱਗਦਾ ਹਾਂ ਆਹ ਅਸਥਾਨ ਹੈ ਤੇ ਇਸ ਸਥਾਨ ਦਾ ਇਹ ਇਤਿਹਾਸ ਹੈ। ਪਰ ਦੂਸਰਾ ਪੱਖ ਜੇ ਆਪਾਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ, ਅਸੀਂ ਉਸ ਧਰਤੀ ਤੋਂ ਸਰੀਰ ਕਰਕੇ ਬਹੁਤ ਦੂਰ ਹਾਂ। ਬੇਸ਼ੱਕ ਅੰਦਰੂਨੀ ਤੌਰ ਤੇ ਅਸੀਂ ਜੁੜੇ ਹੋਏ ਹਾਂ ਉਸ ਧਰਤੀ ਨਾਲ, ਪਰ ਸਰੀਰ ਕਰਕੇ ਅਸੀਂ ਬਹੁਤ ਦੂਰ ਹਾਂ। ਜਿਹੜੀ ਸਾਡੀ ਇੱਥੇ ਵਾਲੀ ਜਨਰੇਸ਼ਨ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ। ਪਰ ਇੱਥੇ ਮੈਂ ਇੱਕ ਬੇਨਤੀ ਹੋਰ ਕਰਾਂਗਾ। ਰਹਿਤਨਾਮਿਆਂ ਦੇ ਅੰਦਰ ਇੱਕ ਬਚਨ ਆਉਂਦਾ ਹੈ, ਸਿੱਖ ਸਿੱਖਣੀ ਮਿਲ ਹੈ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ, ਹਰ ਪਦ ਬਾਰੰਬਾਰ। ਅਸੀਂ ਇਸ ਗੱਲ ਦੇ ਲਈ ਕਦੇ ਵੀ ਕਿਸੇ ਦੂਸਰੇ ਤੇ ਨਿਰਭਰ ਨਾ ਹੋਈਏ ਕਿ ਜੀ ਆ ਫਲਾਣਾ ਪ੍ਰਚਾਰਕ ਜਾਂ ਕੋਈ ਇਹ ਸੰਸਥਾ ਇਹ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਯੋਗਦਾਨ ਪਾਵੇ। ਹਰ ਇੱਕ ਮਾਤਾ ਪਿਤਾ ਦਾ ਇਹ ਮੁੱਢਲਾ ਫਰਜ਼ ਬਣਦਾ ਹੈ। ਇਹਦੇ ਬੜੇ ਸਖੈਮਜੇ ਅਰਥ ਨੇ ਇਹ ਜਿਹੜੇ ਰਹਿਤਨਾਮਿਆਂ ਦਾ ਬਚਨ, ਸਿੱਖ ਸਿੱਖਣੀ ਮਿਲ ਹੈ, ਸਿੱਖ ਤੇ ਸਿੱਖਣੀ ਆਪਸ ਦੇ ਵਿੱਚ ਮਿਲ ਕੇ ਵਹਿ, ਚਰਚਾ ਕਰੇ ਅਪਾਰ। ਉਪਾਰਾ ਵਰਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਉਹਦੀ ਵਿਚਾਰ, ਉਹਦੀ ਚਰਚਾ ਕਰੇ। ਭਜਨ ਸਿਖਾਵੇ ਪੁੱਤਰ ਕੋ, ਹਰ ਭਜ ਵਾਰੰਵਾਰ ਆਪਣੇ ਪੁੱਤਰ ਨੂੰ, ਆਪਣੀ ਸੰਤਾਨ ਨੂੰ ਸਿਮਰਨ ਕਰਨਾ, ਭਗਤੀ ਕਰਨਾ, ਬੰਦਗੀ ਕਰਨਾ ਸਿਖਾਵੇ ਕਿ ਇਸ ਤਰ੍ਹਾਂ ਬਾਣੀ ਪੜ੍ਹਨੀ ਹੈ, ਇਵੇਂ ਆਪਾਂ ਗੁਰੂ ਘਰ ਵਿਖੇ ਜਾਣਾ ਹੈ। ਗੁਰੂ ਘਰ ਕਿਸ ਲਈ ਜਾਣਾ ਵਾ, ਉੱਥੇ ਜਾ ਕੇ ਕਰਨਾ ਕੀ ਹੈ। ਜੇਕਰ ਅਸੀਂ ਕੇਵਲ ਇਹ ਰਹਿਤਨਾਮੇ ਦੇ ਬਚਨ ਦੀ ਪਾਲਣਾ ਕਰ ਲਈਏ ਨਾ, ਤੇ ਧਰਤੀ ਚਾਹੇ ਉਹ ਸਵੈ ਦੇਸ਼ ਦੀ ਹੋਵੇ ਜਾਂ ਵਿਦੇਸ਼ ਦੀ ਹੋਵੇ, ਆਟੋਮੈਟਿਕ ਹੀ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਰਵਾਂਗੇ। ਸਾਡੇ ਅੰਦਰ ਉਹੀ ਭਾਵਨਾ, ਉਹੀ ਫੀਲਿੰਗ, ਉਹੀ ਸਿੱਖਿਆ ਸਦਾ ਦੇ ਲਈ ਘਰ ਕਰ ਜਾਵੇਗੀ ਜੇਕਰ ਅਸੀਂ ਗੁਰੂ ਕੇ ਇਹਨਾਂ ਬਚਨਾਂ ਨੂੰ ਕਮਾਈਏ। ਤੇ ਦੂਸਰਾ, ਪ੍ਰਚਾਰ ਤੇ ਪ੍ਰਸਾਰ ਦੀ ਜਿਹੜੀ ਤੁਸੀਂ ਬਚਨ ਕੀਤਾ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਦੇਖੋ 22 ਮੰਜੀਆਂ ਥਾਪੀਆਂ ਸਨ। ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ 4 ਉਦਾਸੀਆਂ ਕੀਤੀਆਂ, ਵੱਖ-ਵੱਖ ਥਾਵਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਉੱਥੇ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡੇ ਸਾਡੇ ਪਾਸ ਸਾਧਨ ਹੈ, ਜਿਵੇਂ ਉਹਨਾਂ ਸਾਧਨਾਂ ਦਾ ਤੁਸੀਂ ਕਾਫੀ ਲਾਹਾ ਲੈ ਰਹੇ ਹੋ। ਇਸ ਲਈ ਸਾਨੂੰ ਇਹ ਪ੍ਰਚਾਰ ਪ੍ਰਸਾਰ ਦੇ ਲਈ ਜੋ ਕਿ ਉਪਰਾਲੇ ਜਿਹੜੇ ਸਮੇਂ-ਸਮੇਂ ਅਨੁਸਾਰ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ, ਜਿਸ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ, ਬੱਚੇ ਸਾਡੇ ਇਤਿਹਾਸ ਤੋਂ, ਗੁਰਬਾਣੀ ਤੋਂ ਜਾਣੂ ਹੋਣ। ਤੇ ਜਦੋਂ ਉਹ ਸਾਡੇ ਇਤਿਹਾਸ ਨੂੰ ਪੜ੍ਹਨਗੇ, ਸੁਣਨਗੇ, ਤੇ ਸੁਭਾਵਿਕ ਹੀ ਹੈ ਫਿਰ ਉਹਨਾਂ ਦਾ ਗੁਰੂ ਦੇ ਨਾਲ ਜੁੜਨਾ, ਗੁਰੂ ਦੇ ਨਾਲ ਜੁੜੇ ਹੋਵਾਂਗੇ ਤੇ ਫਿਰ ਹੀ ਇਸ ਚੱਜਾ ਸਮਾਜ ਅਸੀਂ ਸਿਰ ਸਕਦੇ ਹਾਂ। ਬਿਲਕੁਲ ਜੀ, ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਕੇ ਆਪਣੇ ਆਪ ਹੀ ਸਿੱਖਣ ਦੀ ਬਿਰਤੀ ਪੈਦਾ ਕਰ ਸਕਦੇ ਹਾਂ, ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਧਾਰ ਸਕੀਏ, ਆਪਣੇ ਆਪ ਨੂੰ ਸੁਧਾਰ ਸਕੀਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੀਏ। ਹੁਣ ਜਦੋਂ ਅਸੀਂ ਕੇਵਲ ਸਪੈਸੀਫਿਕ ਜਾਂ ਇੱਕ ਪਾਸੇ ਸਿੱਖਾਂ ਦੀ ਹੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਸਾਂਝੀਵਾਲਤਾ ਤੇ ਏਕਤਾ ਤੋਂ ਕੀ ਭਾਵ ਹੈ? ਸਿੱਖ ਆਪਣੇ ਸਿੱਖੀ ਸਰੂਪ ਨੂੰ ਰੱਖ ਕੇ ਕਿਸ ਤਰ੍ਹਾਂ ਵਿਚਰਦਾ ਹੈ ਤੇ ਕਿਸ ਤਰ੍ਹਾਂ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਦਾ ਹੈ? ਦੇਖੋ ਜੀ, ਜਿਹੜਾ ਸਾਂਝੀਵਾਲਤਾ ਤੇ ਏਕਤਾ, ਇਹ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਆਪਾਂ ਲੈ ਲਈਏ ਕਿ ਇਵੇਂ ਹੁਣ ਸਾਂਝੀਵਾਲਤਾ ਦਾ ਸਿਧਾਂਤ, ਜਿਵੇਂ ਪਿਛੇ ਵੀ ਮੈਂ ਤੁਹਾਨੂੰ ਬੇਨਤੀ ਕੀਤੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਸਾਂਝੀਵਾਲਤਾ ਤੇ ਏਕਤਾ ਇਹ ਦੋਵੇਂ ਨਾਲ ਚੱਲਦੇ ਹਨ। ਇੱਥੇ ਮੈਂ ਇੱਕ ਇਤਿਹਾਸਕ ਪੱਖ ਤੁਹਾਡੇ ਸਾਹਮਣੇ ਰੱਖਾਂਗਾ, ਭਾਈ ਸਾਹਿਬ ਭਾਈ ਕਨ੍ਹਈਆ ਜੀ ਦਾ। ਜਿਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਕੇ ਆਏ ਨੇ, ਤਾਂ ਰੋਪੜ ਦੇ ਰਹਿਣ ਵਾਲਾ ਇੱਕ ਪਠਾਨ ਸੀ, ਬੜਾ ਹੰਕਾਰੀ, ਉਹਦੇ ਨਾਲ ਹੋਰ ਵੀ ਕਈ ਫੌਜਾਂ ਸੀ, ਤੇ ਉਹਨੂੰ ਬੜਾ ਮਾਣ ਸੀ ਆਪਣੀ ਤਾਕਤ ਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੈਂ ਪਕੜਾਂਗਾ, ਮੈਂ ਪਕੜ ਕੇ ਬਾਦਸ਼ਾਹ ਦੇ ਪਾਸ ਲੈ ਕੇ ਜਾਵਾਂਗਾ ਤੇ ਚੋਖਾ ਇਨਾਮ ਉਹਦੇ ਪਾਸੋਂ ਪ੍ਰਾਪਤ ਕਰਾਂਗਾ। ਹੁਣ ਜਦ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਉੱਥੇ ਸਿੰਘਾਂ ਦੇ ਨਾਲ ਉਹਦੀ ਜੰਗ ਹੋਈ, ਬਹੁਤ ਜ਼ਖਮੀ ਹੋ ਗਿਆ, ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ। ਸਾਥੀ ਸਾਰੇ ਉਹਦੇ ਛੱਡ ਕੇ ਪਿੱਛੇ ਭੱਜ ਗਏ। ਉਹ ਪਾਣੀ ਪੁਕਾ ਰਿਹਾ ਹੈ, ਪਿਆਸਾ ਮਾਰਿਆ, ਹੌਕੇ ਲੈ ਰਿਹਾ। ਪਰ ਉਸ ਸਮੇਂ ਨਾ ਭਾਈ ਕਨ੍ਹਈਆ ਸਾਹਿਬ ਜੀ ਉੱਥੇ ਸੀ। ਭਾਈ ਕਨ੍ਹਈਆ ਜੀ ਨੇ ਹੌਕੇ ਲੈਂਦਿਆਂ ਹੋਇਆਂ ਦੇਖਿਆ ਤੇ ਉਸ ਨੂੰ ਜਾ ਕੇ ਹਲੂਣਿਆ।
ਹਲੂਣਿਆਂ ਤੇ ਪਾਣੀ ਦੀ ਮਸ਼ਕ ਉਹਦੇ ਵੱਲ ਕੀਤੀ, ਪਰ ਉਹਨੇ ਬਿਹਬਲਤਾ ਜੀ ਵੀ ਉਹਦੇ ਵਿੱਚ ਇੰਨੀ ਤਾਕਤ ਵੀ ਨਹੀਂ ਸੀ ਕਿ ਆਪ ਹੀ ਉਹ ਜਲ ਛਕ ਸਕੇ। ਫਿਰ ਭਾਈ ਕਨ੍ਹਈਆ ਸਾਹਿਬ ਜੀ ਨੇ ਆਪ ਉਹਨੂੰ ਉੱਪਰ ਉਠਾਇਆ ਤੇ ਆਪ ਆਪਣੇ ਹੱਥ ਦੇ ਨਾਲ ਉਹਦੇ ਮੁਖ ਦੇ ਵਿੱਚ ਪਾਣੀ ਪਾਇਆ, ਕੁਝ ਜਲ ਦੇ ਛਕੇ ਉਹਦੇ ਮੁਖ ਤੇ ਪਾਏ ਤੇ ਉਹਦੇ ਤਨ ਵਿੱਚ ਚੇਤਨਤਾ ਜੀ ਆਈ। ਚੇਤਨਤਾ ਜੀ ਆਈ, ਅੱਖਾਂ ਖੁੱਲੀਆਂ ਤੇ ਦੇਖ ਰਿਹਾ ਹੈ ਕਿ ਇਹ ਕੌਣ, ਤੇ ਪੁੱਛਿਆ ਉਸਨੇ, ਕਹਿੰਦਾ ਜੀ ਤੁਸੀਂ ਕੌਣ? ਭਾਈ ਸਾਹਿਬ ਭਾਈ ਕਨ੍ਹਈਆ ਜੀ ਉਸ ਸਮੇਂ ਚੁੱਪ ਰਹੇ। ਤਾਂ ਫਿਰ ਪੁੱਛਿਆ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਹਾਂ। ਉਹ ਉਸ ਸਮੇਂ ਬੜਾ ਹੈਰਾਨ ਹੋਇਆ, ਕਹਿਣ ਲੱਗਾ ਜਿਨ੍ਹਾਂ ਦੇ ਨਾਲ ਮੈਂ ਆਇਆ, ਜਿਨ੍ਹਾਂ ਲਈ ਮੈਂ ਸਭ ਕੁਝ ਕਰ ਰਿਹਾ, ਉਹ ਸਾਰੇ ਮੇਰਾ ਸਾਥ ਛੱਡ ਕੇ ਭੱਜ ਗਏ। ਕਹਿੰਦਾ ਅੱਛਾ ਤੁਸੀਂ ਸਿੱਖ ਇਸ ਤਰ੍ਹਾਂ ਦੇ ਹੁੰਦੇ? ਕਹਿੰਦੇ ਜਿਹੜੇ ਗੁਰੂ ਦੇ ਸਿੱਖ ਹੀ ਇਸ ਤਰ੍ਹਾਂ ਦੇ, ਉਹ ਗੁਰੂ ਕਿਵੇਂ ਦਾ ਹੋਏਗਾ? ਉਸ ਸਮੇਂ ਉਹਨੇ ਹੱਥ ਜੋੜੇ ਤੇ ਕਹਿਣ ਲੱਗਾ ਅੱਲਾਹ ਤਾਲਾ ਹੁਣ ਤਾਂ ਮੈਨੂੰ ਦੇ ਮੌਤ, ਪਰ ਇੱਕ ਜਨਮ ਮੈਨੂੰ ਜ਼ਰੂਰ ਹੋਰ ਦੇਵੀਂ ਤੇ ਉਹ ਜਨਮ ਮੈਨੂੰ ਸਿੱਖਾਂ ਦੇ ਘਰ ਦੇ ਵਿੱਚ ਦੇਵੀਂ, ਜਿਸ ਗੁਰੂ ਦੇ ਸਿੱਖ ਇਸ ਤਰ੍ਹਾਂ ਦਾ ਜੀਵਨ ਮੈਨੂੰ ਵੀ ਪ੍ਰਾਪਤ ਹੋਵੇ, ਤਾਂ ਕਰਕੇ ਮੈਂ ਵੀ ਆਪਣਾ ਇਹ ਮਨੁੱਖਾ ਜਨਮ ਸਫਲ ਕਰ ਸਕਾਂ। ਸੋ ਇਹ ਹੈ ਸਾਂਝੀਵਾਲਤਾ। ਇਸ ਤਰ੍ਹਾਂ ਦੀ ਸਾਂਝੀਵਾਲਤਾ ਸਿਖਾਈ ਹੈ ਸਤਿਗੁਰੂ ਜੀ ਨੇ ਕਿ ਦੂਸਰੇ ਧਰਮ ਦਾ ਵੀ ਸਾਡੀ ਸਾਂਝੀਵਾਲਤਾ, ਸਾਡੀ ਏਕਤਾ, ਸਾਡੇ ਭਰਾਤਰੀ ਭਾਵ ਤੋਂ ਪ੍ਰਸੰਨ ਹੋ ਕੇ ਉਹ ਵੀ ਲੋਚਦਾ ਕਿ ਮੈਂ ਇਸ ਧਰਮ ਦੇ ਵਿੱਚ ਚਲਿਆ ਜਾਵਾਂ ਜਿੱਥੋਂ ਮੈਨੂੰ ਇੰਨਾ ਲਾਭ ਪ੍ਰਾਪਤ ਹੋ ਸਕਦਾ ਹੈ। ਹੁਣ ਭਾਈ ਨੰਦ ਲਾਲ ਸਾਹਿਬ ਜੀ ਦੇਖੋ, ਉਹ ਵੀ ਇੱਕ ਇਸਲਾਮ ਧਰਮ ਨਾਲ ਸੰਬੰਧਿਤ ਸਨ ਤੇ ਮੁੜ ਕੇ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਹਿੰਦੂ ਧਰਮ ਦੇ ਨਾਲ ਹਿੰਦੂ ਧਰਮ ਦੇ ਨਾਲ ਸੰਬੰਧਿਤ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿੰਨੀਆਂ ਉਹਨਾਂ ਉੱਪਰ ਕਿਰਪਾ ਕੀਤੀਆਂ, ਕਿਵੇਂ ਵਿਸਥਾਰ ਦੇ ਨਾਲ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਉਹਨਾਂ ਕੀਤੀ ਹੈ। ਇਸ ਲਈ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਘਰ ਸਾਂਝੀਵਾਲਤਾ ਤੇ ਏਕਤਾ ਦਾ ਉਪਦੇਸ਼ ਸਾਨੂੰ ਬਖਸ਼ਦਾ ਹੈ, ਸਾਰਿਆਂ ਨੂੰ ਬਖਸ਼ਦਾ ਹੈ। ਬਿਲਕੁਲ ਜੀ। ਸੋ ਖਾਲਸਾ ਜੀ ਨੇ, ਭਾਈ ਅਮਰਦੀਪ ਸਿੰਘ ਜੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਦੱਸਿਆ ਕਿ ਜੇਕਰ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ ਤੇ ਭਾਈ ਕਨ੍ਹਈਆ ਜੀ ਤੋਂ ਲਈ ਜਾ ਸਕਦੀ ਹੈ, ਜੇਕਰ ਏਕਤਾ ਦੀ ਗੱਲ ਕਰਦੇ ਹਾਂ ਤੇ ਭਾਈ ਨੰਦ ਲਾਲ ਜੀ ਤੋਂ ਕੀਤੀ ਜਾ ਸਕਦੀ ਹੈ ਕਿ ਕਿਵੇਂ ਇੱਕੋ ਹੀ ਛੱਤ ਥੱਲੇ ਰਹਿ ਕੇ ਆਪੋ ਆਪਣੇ ਰੰਗ ਨਸਲ ਭੇਦ ਨੂੰ ਸੋਹਣੇ ਤਰੀਕੇ ਨਾਲ ਨਿਭਾਇਆ ਜਾ ਸਕਦਾ ਹੈ ਤੇ ਸੰਸਾਰ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ। ਇਹ ਦੀ ਗੱਲ ਹੋ ਗਈ ਸੇਵਾ ਦੀ, ਭਾਵਨਾ ਦੀ ਜਾਂ ਏਕਤਾ ਦੀ। ਜੇਕਰ ਅਸੀਂ ਅਗਵਾਈ ਦੀ ਗੱਲ ਕਰਦੇ ਹਾਂ ਤੇ ਸਿੱਖਾਂ ਦੀ ਅਗਵਾਈ ਕਿਸ ਤਰ੍ਹਾਂ ਦੀ ਹੈ, ਇਹ ਕਿਸ ਤਰ੍ਹਾਂ ਦਿਖਾਉਂਦੀ ਹੈ ਜਾਂ ਦੱਸਦੀ ਹੈ ਕਿ ਇੱਕ ਸੰਸਾਰ ਦੀ ਅਗਵਾਈ ਉੱਤਮ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਦੇਖੋ ਜੀ, ਜੇ ਤਾਂ ਆਪਾਂ ਸਿੱਖਾਂ ਦੀ ਅਗਵਾਈ ਨਹੀਂ ਕਰੀਏ ਤੇ ਸਾਰੇ ਸੰਸਾਰ ਦੇ ਅੰਦਰ ਇਹ ਅਗਵਾਈ ਇੱਕ ਵਿਲੱਖਣਤਾ ਹੈ, ਇਹ ਅਗਵਾਈ ਇੱਕ ਵਿਸ਼ੇਸ਼ਤਾ ਹੈ। ਚਾਹੇ ਉਹ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਲੈ ਲਓ ਜਾਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਇਹ ਅਗਵਾਈ ਕੀਤੀ ਜਾਂ ਨਵਾਬ ਕਪੂਰ ਸਿੰਘ ਜੀ ਨੇ ਅਗਵਾਈ ਕੀਤੀ। ਇੱਥੇ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਅਗਵਾਈ ਦੀ ਬਾਤ ਹੈ ਨਾ, ਉੱਥੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਦੇ ਪੀਰੀ ਦਾ ਸਿਧਾਂਤ ਸਿਰਜਿਆ ਕਿ ਜਿਹੜੀ ਰਾਜਨੀਤੀ ਹੈ, ਰਾਜਨੀਤੀ ਨੂੰ ਧਰਮ ਦੇ ਅਨੁਸਾਰ ਹੀ ਬਣਾਇਆ ਸਤਿਗੁਰੂ ਜੀ ਨੇ। ਧਰਮ ਨੂੰ ਉੱਚਾ ਹੈ ਤੇ ਜੇਕਰ ਧਰਮ ਉੱਚਾ ਤੇ ਰਾਜਨੀਤੀ ਉਹਦੇ ਅਨੁਸਾਰ ਹੀ ਹੈ ਨਾ, ਫਿਰ ਉਹ ਕਦੇ ਵੀ ਇਨਬੈਲੈਂਸ ਨਹੀਂ ਹੋਏਗੀ, ਉਹ ਸਥਿਰਤਾ ਉਹਦੇ ਵਿੱਚ ਰਹੇਗੀ। ਸਥਿਰਤਾ ਉਸ ਸਮੇਂ ਟੁੱਟਦੀ ਹੈ ਜਦੋਂ ਰਾਜਨੀਤੀ ਦੇ ਅਧੀਨ ਧਰਮ ਆ ਜਾਵੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਇਹੀ ਜਿਹੜੀ ਯੋਗ ਅਗਵਾਈ ਰਹੀ, ਉਹ ਅਗਵਾਈ ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਤੁਸੀਂ ਲੈ ਲਓ, ਜੇ ਬਹੁਤਾ ਨੇੜੇ ਦਾ ਆਪਾਂ ਦੇਖਣਾ ਹੋਵੇ ਤੇ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਿਸ ਤਰ੍ਹਾਂ ਦੀ ਅਗਵਾਈ ਉਹਨਾਂ ਨੇ ਕੌਮ ਦੀ ਕੀਤੀ ਹੈ। ਔਰ ਸਾਰਾ ਸੰਸਾਰ ਹਰ ਸਿੱਖ ਦੇ ਹਿਰਦੇ ਦੇ ਵਿੱਚ ਉਹ ਵਸੇ ਹੋਏ ਨੇ। ਹਰ ਸਿੱਖ ਦੇ ਕੀ ਦੂਸਰੇ ਧਰਮਾਂ ਵਾਲੇ ਵੀ ਉਹਨਾਂ ਦੇ ਵੱਲੋਂ ਜਿਵੇਂ ਉਸ ਸਮੇਂ ਦੇ ਵਿੱਚ ਕਿਸੇ ਦੇ ਉੱਪਰ ਜਾਤੀ ਹੋਣੀ, ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਮੁਸਲਮਾਨ ਸੀ, ਉਹਨਾਂ ਸਾਰਿਆਂ ਦੇ ਹੱਕ ਦੀ ਉਹਨਾਂ ਬਾਤ ਕਰਨੀ। ਫਿਰ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਦੋਂ ਗੁਰਦਾਸਪੁਰ ਦੀ ਜੇਲ੍ਹ ਵਿੱਚ ਸੀ ਤੇ ਉੱਥੇ ਉਹਨਾਂ ਨੇ ਮੰਦਿਰ ਬਣਾਇਆ ਜੀ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਅਨੁਸਾਰੀ ਹੋ ਕੇ ਉੱਥੇ ਮੰਦਿਰ ਵੀ ਬਣਾਇਆ। ਜਦੋਂ ਹਿੰਦੂ ਕਹਿੰਦੇ ਤੁਸੀਂ ਤਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਹੋ ਤੇ ਸਾਡੀ ਵੀ ਪੂਜਾ ਦਾ ਕੋਈ ਥਾਂ ਚਾਹੀਦਾ, ਆਪ ਉਹਨਾਂ ਨੇ ਵੇਖੋ ਮੰਦਿਰ ਬਣਾਏ। ਇਹਨੂੰ ਵਿਲੱਖਣ ਅਗਵਾਈ ਕਹਾਂਗੇ ਨਾ। ਕਿਸ ਤਰ੍ਹਾਂ ਦੀ ਅਗਵਾਈ, ਆਪਣੇ ਨਿੱਜ ਸਵਾਰਥ ਨਹੀਂ ਸੀ। ਸਾਡੇ ਪੁਰਾਣੇ ਲੀਡਰ ਵੀ ਤੁਸੀਂ ਦੇਖੋ ਸਿੱਖਾਂ ਦੇ, ਉਹਨਾਂ ਵਿੱਚ ਆਪਣੇ ਨਿੱਜ ਦੇ ਸਵਾਰਥ ਨਹੀਂ ਸੀ, ਉਹ ਧਰਮ ਨੂੰ ਸਮਰਪਿਤ ਸੀ, ਕੌਮ ਨੂੰ ਸਮਰਪਿਤ ਸੀ। ਇਸ ਲਈ ਜਿਹੜੀ ਸਿੱਖਾਂ ਦੀ ਅਗਵਾਈ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਹੀ ਰਹੀ ਹੈ। ਤੇ ਇਸ ਲਈ ਸਿੱਖਾਂ ਦੀ ਅਗਵਾਈ ਦੇ ਬਾਕੀ ਦੇ ਵੀ ਸਾਰੇ ਕਾਇਲ ਨੇ, ਮੰਨਦੇ ਹਨ ਕਿ ਵਾਕਈ ਸਿੱਖਾਂ ਦੇ ਜਿਹੜੇ ਲੀਡਰ ਹਨ ਉਹ ਯੋਗ ਨੇ, ਉਹ ਕੇਵਲ ਆਪਣਾ ਧਰਮ ਨੂੰ ਸਮਰਪਿਤ ਨੇ, ਨਿੱਜ ਦੇ ਸਵਾਰਥ ਨਹੀਂ ਹਨ ਉਹਨਾਂ ਦੇ ਵਿੱਚ। ਬਿਲਕੁਲ।
ਕਿੱਡੀ ਸੋਹਣੀ ਗੱਲ ਹੈ ਕਿ ਸਿੱਖ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਅੱਗੇ ਨਹੀਂ ਰੱਖਦਾ। ਉਹ ਜਿਸ ਇਲਾਕੇ ਵਿੱਚ ਵਿਚਰਦਾ ਹੈ ਜਾਂ ਜਿਸ ਇਲਾਕੇ ਦੀ ਅਗਵਾਈ ਕਰਦਾ ਹੈ, ਉਸ ਇਲਾਕੇ ਦੇ ਲੋਕਾਂ ਨੂੰ ਮੁੱਖ ਤੇ ਰੱਖ ਕੇ ਉਹਨਾਂ ਦੀ ਅਗਵਾਈ ਕਰਦਾ ਹੈ ਤੇ ਉਹਨਾਂ ਦੇ ਹੀ ਮੰਤਵਾਂ ਨੂੰ ਜਾਂ ਉਹਨਾਂ ਦੇ ਮਕਸਦਾਂ ਨੂੰ ਰੱਖਦਾ ਹੈ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਵੀ ਜਾ ਕੇ ਮੰਦਿਰ ਬਣਾਏ ਗਏ, ਜਿੱਥੇ ਕਹਿੰਦੇ ਸੀ ਕਿ ਮੰਦਿਰ ਗੁਰਦੁਆਰਾ ਹੀ ਇਕੱਲਾ ਸੀ ਤੇ ਮੰਦਿਰ ਨਹੀਂ ਸੀ, ਤੇ ਜਦੋਂ ਉੱਥੋਂ ਦੇ ਹਿੰਦੂਆਂ ਨੇ ਬੇਨਤੀ ਕੀਤੀ ਤਾਂ ਉੱਥੇ ਵੀ ਮੰਦਿਰ ਬਣਾ ਦਿੱਤਾ ਗਿਆ। ਇਸੇ ਦਾ ਇੱਕ ਹੋਰ ਕੁਐਸਚਨ ਇੱਥੇ ਆਉਂਦਾ ਹੈ, ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਕਈ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਰਾਜਨੀਤੀ ਧਰਮ ਦੇ ਅੰਦਰ ਨਹੀਂ ਹੋਣੀ ਚਾਹੀਦੀ, ਜਾਂ ਧਰਮ ਦੇ ਬਾਰੇ ਸੋਚਦੇ ਹਾਂ ਤਾਂ ਸਾਡੇ ਮਾਈਂਡ ਸਟਕ ਹੋ ਜਾਂਦੇ ਹਨ, ਰੁਕ ਜਾਂਦੇ ਹਨ। ਕੀ ਦੁਨੀਆ ਤੇ ਇਹੋ ਜਿਹਾ ਕੋਈ ਧਰਮ ਹੈ ਜਿਸ ਦੀ ਰਾਜਨੀਤੀ ਧਰਮ ਤੋਂ ਬਗੈਰ ਚੱਲਦੀ ਹੈ? ਨਹੀਂ ਜੀ, ਇਹ ਤਾਂ ਉਹ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ, ਇੱਕ ਸਿੱਕੇ ਦੇ ਦੋ ਪਹਿਲੂ। ਮੇਰੀ ਪੀੜ੍ਹੀ ਦੇ ਬਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕੀਤੀ ਹੈ। ਮੇਰੀ ਪੀੜ੍ਹੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਪ੍ਰਗਟ ਕੀਤਾ ਹੈ, ਤੇ ਇਸ ਲਈ ਸਾਨੂੰ ਤਾਂ ਗੁਰੂ ਸਾਹਿਬ ਜੀ ਨੂੰ ਫਾਲੋ ਕਰਨਾ ਚਾਹੀਦਾ, ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਤੇ ਜਿੱਥੇ ਧਰਮ ਤੇ ਰਾਜਨੀਤੀ ਵੱਖ ਹੋ ਜਾਣਗੇ ਨਾ, ਰਾਜਨੀਤਿਕ ਲੋਕੀ ਅਕਸਰ ਹੀ ਕਰੂਰ ਕਰੋਧੀ ਇਹ ਉਹਨਾਂ ਦੇ ਵਿੱਚ ਆ ਜਾਂਦਾ। ਸਿਰਫ ਧਰਮ ਹੀ ਉਹਨਾਂ ਨੂੰ ਸਹੀ ਇਨਸਾਨ ਬਣਾਉਂਦਾ ਹੈ। ਧਰਮ ਤੇ ਰਾਜਨੀਤੀ ਦਾ ਆਪਸ ਦੇ ਵਿੱਚ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ ਜੀ। ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਦੱਸਿਆ ਗਿਆ ਕਿ ਰਾਜਨੀਤੀ ਕੇਵਲ ਧਰਮ ਦੇ ਅੰਦਰ ਹੀ ਸੋਹਣੀ ਬਣ ਸਕਦੀ ਹੈ, ਅਦਰਵਾਈਜ਼ ਇਹ ਲੋਕਾਂ ਦੇ ਵਾਸਤੇ ਡਿਟਰਮੈਂਟ ਜਾਂ ਲੋਕਾਂ ਦਾ ਨੁਕਸਾਨ ਕਰ ਸਕਦੀ ਹੈ, ਤੇ ਕੇਵਲ ਆਪਣੇ ਸਵਾਰਥ ਲਈ ਹੀ ਕੀਤੀ ਜਾ ਸਕਦੀ ਹੈ ਕਿ ਸਾਰਾ ਕੁਝ ਸਾਨੂੰ ਹੀ ਮਿਲ ਜਾਵੇ, ਕਿਸੇ ਦੂਜੇ ਨੂੰ ਨਾ ਮਿਲ ਜਾਵੇ, ਕੋਈ ਅੱਗੇ ਨਾ ਆ ਜਾਵੇ। ਸੋ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਨੂੰ ਲੈ ਲਓ, ਚਾਹੇ ਤਾਂ ਉਹ ਈਸਾਈ ਹੋਣ, ਚਾਹੇ ਹਿੰਦੂ ਹੋਣ, ਮੁਸਲਮਾਨ ਹੋਣ, ਚਾਹੇ ਸਿੱਖਾਂ ਦੀ ਗੱਲ ਕਰ ਲਈਏ, ਜੇਕਰ ਅਸੀਂ ਧਰਮ ਤੋਂ ਬਾਹਰ ਜਾਂਦੇ ਹਾਂ ਤੇ ਅਸੀਂ ਅਗਵਾਈ ਨਹੀਂ ਕਰ ਸਕਦੇ ਤੇ ਇੱਕ ਸੋਹਣਾ ਸੰਸਾਰ ਨਹੀਂ ਬਣਾ ਸਕਦੇ। ਹੁਣ ਅਸੀਂ ਗੱਲ ਕਰਦੇ ਹਾਂ ਵਿੱਦਿਆ ਦੀ। ਸੋ ਇੱਕ ਸੰਸਾਰਿਕ ਵਿੱਦਿਆ ਹੈ, ਇੱਕ ਅਧਿਆਤਮਿਕ ਵਿੱਦਿਆ ਹੈ। ਸੋ ਦੋਵਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਤੇ ਦੋਵੇਂ ਕਿਸ ਤਰ੍ਹਾਂ ਮਨੁੱਖੀ ਸੁਭਾਅ ਤੇ ਅਸਰ ਪਾਉਂਦੇ ਹਨ ਤੇ ਇਸ ਦੇ ਕੀ ਨਤੀਜੇ ਨਿਕਲਦੇ ਹਨ? ਦੇਖੋ, ਮੈਂ ਸਭ ਤੋਂ ਪਹਿਲਾਂ ਇੱਕ ਗ੍ਰੰਥਾਕਾਰ ਦੇ ਬੜੇ ਸੁੰਦਰ ਬਚਨ ਲਿਖੇ ਨੇ। ਬਹੁ ਗੁਣੀ ਅਲਾਵ ਹੈ, ਸੁਤ ਨਾ ਪੜਾਵ ਹੈ, ਸਤਰੂ ਸੰਤਾਪ। ਕਹਿੰਦੇ ਜਿਹੜੇ ਸਿਆਣੇ ਪੁਰਖ ਨਾ, ਗੁਣੀ ਪੁਰਖ, ਉਹ ਕਹਿੰਦੇ ਕਿ ਜਿਹੜਾ ਪਿਓ ਆਪਣੇ ਪੁੱਤਰ ਨੂੰ, ਆਪਣੀ ਸੰਤਾਨ ਨੂੰ ਵਿਦਿਆ ਨਹੀਂ ਨਾ ਪੜਾਉਂਦਾ, ਕਹਿੰਦੇ ਉਹ ਤਾਤ ਪਿਤਾ ਜਿਹੜਾ ਸ਼ਤਰੂ ਵੈਰੀ ਦੇ ਸਮਾਨ। ਇਸ ਲਈ ਉਹਨਾਂ ਗ੍ਰੰਥਾਕਾਰਾਂ ਦੇ ਅਨੁਸਾਰ ਵੀ ਵਿਦਿਆ ਪੜ੍ਹਨੀ ਪੜ੍ਹਾਉਣੀ ਬਹੁਤ ਜ਼ਰੂਰੀ ਹੈ। ਹਾਂ, ਦੂਸਰਾ ਪੱਖ ਤੁਹਾਡਾ ਸੰਸਾਰਿਕ ਵਿਦਿਆ ਤੇ ਅਧਿਆਤਮਿਕ ਵਿਦਿਆ। ਜਿਹੜੀ ਸੰਸਾਰਿਕ ਵਿਦਿਆ ਹੈ ਉਹ ਸਾਡੀ ਇੱਕ ਸੰਸਾਰ ਦੇ ਵਿੱਚ ਰਹਿਣ ਲਈ ਸਾਨੂੰ ਵਿਵਹਾਰਿਕ ਵਿਦਿਆ ਵੀ ਕਹਾਂਗੇ, ਕਾਰੋਬਾਰ ਦੇ ਲਈ ਹੋਣਾ, ਕਿਉਂਕਿ ਇਸ ਸੰਸਾਰ ਦੇ ਵਿੱਚ ਆਪਣੀ ਉਪਜੀਵਕਾ ਦੇ ਲਈ ਸਾਡੇ ਵਿੱਚ ਇੱਕ ਗੁਣ ਹੋਣਾ ਬਹੁਤ ਜ਼ਰੂਰੀ ਹੈ। ਉਹ ਹੈ ਸੰਸਾਰਿਕ ਵਿਦਿਆ, ਤੇ ਸੰਸਾਰਿਕ ਵਿਦਿਆ ਨੂੰ ਪੜ੍ਹਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਉੱਥੇ ਨਾਲ ਦੀ ਨਾਲ ਅਧਿਆਤਮਿਕ ਵਿਦਿਆ ਦਾ ਵੀ ਪੱਖ ਹੈ ਕਿ ਜਿਹੜੀ ਅਧਿਆਤਮਿਕ ਵਿਦਿਆ ਹੈ ਇਹ ਇੱਕ ਰੂਹਾਨੀਅਤ ਦੀ ਵਿਦਿਆ ਹੈ। ਹੁਣ ਦੇਖੋ, ਜੇਕਰ ਅਸੀਂ ਸਨਾਤਨ ਧਰਮ ਦੀ ਗੱਲ ਕਰੀਏ ਕਿ ਹਿੰਦੂ ਧਰਮ ਸਭ ਤੋਂ ਪੁਰਾਣਾ ਹੈ ਜੀ, ਸਨਾਤਨ ਧਰਮ। ਉਸ ਹਿੰਦੂ ਧਰਮ ਦੇ ਸਨਾਤਨ ਧਰਮ ਦੇ ਵਿੱਚ ਕਿਹੜੀ ਸੀ ਭਾਸ਼ਾ? ਸੰਸਕ੍ਰਿਤ ਭਾਸ਼ਾ, ਤੇ ਉਹਨਾਂ ਦੀ ਦੇਵਨਾਗਰੀ ਲਿਪੀ ਸੀ। ਇਸੇ ਤਰ੍ਹਾਂ ਜੇ ਇਸਲਾਮ ਧਰਮ ਦੀ ਗੱਲ ਕਰੀਏ ਤੇ ਇਸਲਾਮ ਧਰਮ ਦੇ ਵਿੱਚ ਜਿਹੜੀ ਫਾਰਸੀ ਸੀ ਉਹ ਬੋਲੀ ਜਾਂਦੀ ਸੀ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗੁਰਮੁਖੀ ਲਿਪੀ ਦੀ ਦਾਤ ਬਖਸ਼ਿਸ਼ ਕੀਤੀ। ਇਹ ਫਿਰ ਹੁਣ ਸਾਡਾ ਸਿੱਖ ਧਰਮ ਉਹੀ ਨਿਆਰੇਪਣ, ਵਿਸ਼ੇਸ਼ਤਾ, ਵਿਲੱਖਣਤਾ ਇੱਥੋਂ ਨਹੀਂ ਆਵੇਗੀ ਵਿਦਿਆ ਦੇ ਪੱਖ ਤੋਂ, ਕਿ ਇਹਦੇ ਵਿੱਚ ਇਹ ਵੀ ਨਿਆਰਾਪਣ ਕਿ ਸਾਨੂੰ ਸਤਿਗੁਰੂ ਜੀ ਨੇ ਆਪਣੀ ਇੱਕ ਲਿਪੀ ਬਖਸ਼ਿਸ਼ ਕੀਤੀ ਹੈ। ਆਪਣੀ ਸਾਡੇ ਪਾਸ ਇੱਕ ਭਾਸ਼ਾ ਹੈ, ਗੁਰਮੁਖੀ ਲਿਪੀ ਹੈ, ਤੇ ਉਸ ਗੁਰਮੁਖੀ ਲਿਪੀ ਦਾ ਪ੍ਰਸਾਰ ਫਿਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀਆਂ ਨੇ ਵੀ ਉਹਦਾ ਵਿਸਥਾਰ ਕੀਤਾ ਕਿ ਆਪਣੀ ਇਸ ਲਿਪੀ ਦੇ ਵਿੱਚ ਰਹਿਣਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਰਚਨਾ ਹੈ, ਤੇ ਇਸ ਲਈ ਰਹਿਤਨਾਮਿਆਂ ਦੇ ਵਿੱਚ ਵੀ ਐਸੇ ਅਨੇਕਾਂ ਵਚਨ ਆਉਂਦੇ ਹਨ ਕਿ ਇੱਕ ਦੂਸਰੇ ਦੇ ਪਾਸੋਂ ਹੀ ਅਸੀਂ ਇਹ ਗੁਰਮਤਿ ਦੀ ਵਿਦਿਆ ਜਿਹੜੀ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਜਿੰਨੀ ਦੇਰ ਤੱਕ ਗੁਰਮਤਿ ਦੀ ਵਿਦਿਆ ਨਹੀਂ, ਅਧਿਆਤਮ ਵਿਦਿਆ ਨਹੀਂ ਨਾ, ਦੂਸਰੀ ਵਿਦਿਆ ਮਨੁੱਖ ਨੂੰ ਹੰਕਾਰੀ ਬਣਾ ਦਿੰਦੀ ਹੈ। ਹੁਣ ਦੇਖੋ, ਭਾਈ ਸਾਹਿਬ ਭਾਈ ਵੀਰ ਸਿੰਘ, ਡਾਕਟਰ ਭਾਈ ਵੀਰ ਸਿੰਘ ਜੀ, ਡਾਕਟਰ ਦੀ ਉਪਾਧੀ ਸੀ ਉਹਨਾਂ ਪਾਸੋਂ, ਤੇ ਜੇ PhD ਕੀਤੀ ਹੋਈ ਸੀ। ਜੇ ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹੋਗੇ ਤਾਂ ਉਹਨਾਂ ਦੇ ਵਿੱਚੋਂ ਰੂਹਾਨੀਅਤ ਝਲਕਦੀ ਹੈ, ਉਹ ਤੁਹਾਡੇ ਅੰਦਰ ਨੂੰ ਸਕੂਨ ਦਿੰਦੀ ਹੈ। ਹਾਂਜੀ, ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਦੀ ਲਿਖਤਾਂ ਨੂੰ ਤੁਸੀਂ ਪੜ੍ਹੋ। ਇੱਕ ਪਾਸੇ ਉਹਨਾਂ ਦੀ ਸੰਸਾਰਿਕ ਵਿਦਿਆ ਸੀ, ਜਿਹੜਾ ਉਹਨਾਂ ਮਹਾਨ ਕੋਸ਼ ਦੀ ਰਚਨਾ ਕੀਤੀ ਆ, ਉਸ ਨੂੰ ਪੜ੍ਹਿਓ।
ਦੁਨੀਆ ਦਾ ਮੈਨੂੰ ਲੱਗਦਾ ਕੋਈ ਐਸਾ ਸ਼ਬਦ ਨਹੀਂ ਹੋਣਾ ਜਿਹਦੇ ਉਹਦੇ ਵਿੱਚ ਅਰਥ ਨਹੀਂ ਹੋਣਾ ਜੀ। ਕਿੰਨੀ ਡੂੰਘਾਈ ਦੇ ਨਾਲ ਲਿਖਿਆ ਹੋਇਆ, ਤੇ ਇਹ ਫਿਰ ਖਾਲਸੇ ਦਾ ਨਿਆਰਾਪਨ ਹੀ ਆ ਕਿ ਇੰਨੀ ਉੱਚ ਵਿੱਦਿਆ ਨੂੰ ਪ੍ਰਾਪਤ ਕਰਕੇ ਵੀ ਫਿਰ ਇੰਨੀ ਨਿਮਰਤਾ, ਇੰਨੀ ਸਹਿਣਸ਼ੀਲਤਾ, ਇੰਨਾ ਲਗਾਵ ਗੁਰੂ ਦੇ ਨਾਲ, ਆਪਣਾ ਆਪਾ ਸਾਰਾ ਕੁਝ ਗੁਰੂ ਨੂੰ ਸਮਰਪਿਤ ਕਰਨਾ। ਇਸ ਲਈ ਇਹ ਜਿਹੜਾ ਦੋਨਾਂ ਵਿੱਦਿਆ ਦਾ ਹੀ ਹੋਣਾ ਜ਼ਰੂਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ 52 ਕਵੀ ਸੀ, ਵੱਖ-ਵੱਖ ਭਾਸ਼ਾਵਾਂ ਵਾਲੇ ਸੀ। ਹਾਂਜੀ, ਪੌਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਕਵੀ ਦਰਬਾਰ ਬੁਲਾਉਂਦੇ ਸੀ, ਵੱਖ-ਵੱਖ ਥਾਵਾਂ ਤੋਂ ਜਿਹੜੇ ਕਵੀ ਨੇ ਉਹਨਾਂ ਦੇ ਨਾਲ ਵਿਚਾਰ ਗੋਸ਼ਟ ਹੋਣੀ। ਇਸ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਦੁਨਿਆਵੀ ਵਿੱਦਿਆ ਤੇ ਅਧਿਆਤਮਿਕ ਵਿੱਦਿਆ ਦੋਨਾਂ ਤੇ ਜ਼ੋਰ ਦਿੱਤਾ ਗਿਆ। ਅਜੋਕੇ ਸਮੇਂ ਦੇ ਵਿੱਚ ਸਾਨੂੰ ਦੁਨਿਆਵੀ ਵਿੱਦਿਆ ਬਹੁਤ ਜ਼ਰੂਰੀ ਹੈ। ਹੁਣ ਜਿਹੜਾ ਇਹ ਸਾਰਾ ਵਰਲਡ ਵਾ ਸੋਸ਼ਲ ਮੀਡੀਆ ਨੇ ਇੱਕ ਮੁੱਠੀ ਦੇ ਵਿੱਚ ਕਰ ਦਿੱਤਾ। ਇਸ ਲਈ ਸਾਨੂੰ ਦੁਨਿਆਵੀ ਵਿੱਦਿਆ ਬਹੁਤ ਜ਼ਰੂਰੀ ਹੈ, ਉਹਦੇ ਨਾਲ ਰੂਹਾਨੀਅਤ ਦੀ ਵਿੱਦਿਆ, ਅਧਿਆਤਮ ਵਿੱਦਿਆ ਤੁਹਾਨੂੰ ਅੰਦਰ ਦਾ ਸਕੂਨ ਪ੍ਰਗਟ ਕਰੇਗੀ। ਇਸ ਲਈ ਇਹ ਦੋਨਾਂ ਵਿੱਦਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਸ ਦੇ ਵਿੱਚ ਇਹਨਾਂ ਦਾ ਬਹੁਤ ਨੇੜੇ ਦਾ ਸੰਬੰਧ ਤੇ ਇਸ ਸੁਭਾਅ ਦੇ ਵਿੱਚ ਨਿਮਰਤਾ, ਸਹਿਣਸ਼ੀਲਤਾ, ਸਤ, ਸੰਤੋਖ, ਦਇਆ, ਇਹ ਸਾਰੇ ਗੁਣ ਭਰਦੀ ਹੈ ਜੀ। ਬਿਲਕੁਲ, ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਦੱਸਿਆ ਕਿ ਸੰਸਾਰਿਕ ਵਿੱਦਿਆ ਤੇ ਅਧਿਆਤਮਿਕ ਵਿੱਦਿਆ ਦੇ ਵਿੱਚ ਆਪਸ ਵਿੱਚ ਕੀ ਸੰਬੰਧ ਹੈ ਤੇ ਇਹ ਦੋਨੇ ਹੀ ਗੁਣ ਹਨ ਜਿਹੜੇ ਹੋਣੇ ਬਹੁਤ ਜ਼ਰੂਰੀ ਹਨ ਇਸ ਸੰਸਾਰ ਵਿੱਚ ਵਿਚਰਨ ਲਈ। ਜੇਕਰ ਤੇ ਅਸੀਂ ਜਿਵੇਂ ਪੁਰਾਣੇ ਲੋਕ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਸੀ ਖੂਹ ਦਾ ਦਰਿਆ, ਜੇ ਤੇ ਉਸ ਦੇ ਵਿੱਚ ਹੀ ਰਹਿਣਾ ਹੈ ਤੇ ਸਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ, ਬਟ ਜੇ ਅਸੀਂ ਸੰਸਾਰ ਵਿੱਚ ਨਿਕਲ ਕੇ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਤਾਂ ਸਾਨੂੰ ਸੰਸਾਰਕ ਵਿੱਦਿਆ ਨੂੰ ਅਧਿਆਤਮਿਕ ਵਿੱਦਿਆ ਦੇ ਅੰਦਰ ਰੱਖ ਕੇ ਹੀ ਚੱਲਣਾ ਪਵੇਗਾ, ਨਹੀਂ ਤਾਂ ਅਸੀਂ ਹੰਕਾਰੀ ਹੋ ਜਾਵਾਂਗੇ, ਉਸ ਖੂਹ ਦੇ ਡੱਡੂ ਨੂੰ ਬਣ ਜਾਵਾਂਗੇ ਕਿ ਸਾਨੂੰ ਹੀ ਗਿਆਨ ਹੈ, ਹੋਰ ਕਿਸੇ ਨੂੰ ਗਿਆਨ ਹੀ ਨਹੀਂ। ਅਸੀਂ ਹਰ ਪਲ ਸਿੱਖ ਰਹੇ ਹਾਂ ਤੇ ਸਿੱਖ ਵੀ ਹਰ ਪਲ ਸਿੱਖ ਰਿਹਾ ਹੈ। ਇਸ ਦਾ ਅਰਥ ਵੀ ਇਹੀ ਬਣਾ ਬਣਦਾ ਹੈ ਸ਼ਬਦੀ ਅੱਖਰਾਂ ਵਿੱਚ ਕਿ ਸਿੱਖਣਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਨਿਆਰੇਪਨ ਦੀ, ਸਾਂਝੀਵਾਲਤਾ ਦੀ ਜਾਂ ਵਿਲੱਖਣਤਾ ਦੀ, ਵੱਖਰੇਪਨ ਦੀ, ਹੁਣ ਜੇਕਰ ਅਸੀਂ ਸਿੱਖਾਂ ਦਾ ਖਾਲਸੇ ਦਾ ਸਰੂਪ ਵੇਖੀਏ ਤਾਂ ਬਾਕੀ ਦੁਨੀਆ ਨਾਲੋਂ ਹੀ ਵੱਖਰਾ ਹੈ, ਨਿਆਰਾ ਹੈ ਤੇ ਵਿਚਰਦੇ ਹਨ। ਆਪਣੇ ਇਸ ਵੱਖਰੇ ਸਰੂਪ ਨੂੰ ਰੱਖ ਕੇ ਜਿੱਥੇ ਕਿ ਇਹ ਜ਼ਿਆਦਾ ਮਾਤਰਾ ਵਿੱਚ ਵਿਦੇਸ਼ਾਂ ਵਿੱਚ ਨਹੀਂ ਪਾਇਆ ਜਾਂਦਾ, ਉੱਥੇ ਇਸ ਨੂੰ ਰੱਖ ਕੇ ਜਾਂ ਵੱਖ-ਵੱਖ ਜਿਹੜੇ ਆਪਣੇ ਵੇਸ਼ ਰੱਖਦੇ ਹਨ, ਪੁਰਾਣੇ ਕਬੀਲੇ ਸਨ ਉਹਨਾਂ ਦੇ ਵੇਸ਼ ਹਨ, ਹੁਣ ਉਹਨਾਂ ਦੇ ਗਾਇਬ ਹੋ ਗਏ, ਲੱਭਦੇ ਨਹੀਂ। ਪਰ ਸਿੱਖਾਂ ਦੀ ਖੂਬਸੂਰਤੀ ਇਹਨਾਂ ਨੇ ਅੱਜ ਤੱਕ ਨਹੀਂ ਸਾਂਭਿਆ। ਇਹ ਕਿਸ ਤਰ੍ਹਾਂ ਇਸ ਨੂੰ ਰੱਖ ਕੇ ਇਸ ਸੰਸਾਰ ਵਿੱਚ ਵਿਚਰ ਕੇ ਇਸ ਨੂੰ ਸੋਹਣਾ ਬਣਾ ਸਕਦੇ ਹਾਂ। ਇੱਥੇ ਮੈਂ ਇੱਕ ਤੁਹਾਨੂੰ ਬੇਨਤੀ ਕਰਾਂਗਾ, ਇੱਕ ਨਿਹੰਗ ਸਿੰਘ ਸੀ, ਉਹਦਾ ਮਹਾਂਪੁਰਖਾਂ ਦੇ ਨਾਲ ਵਿਚਾਰ ਹੋਈ, ਗੋਸ਼ਟ ਹੋਈ ਜੀ, ਦੱਸੋ ਜੀ ਕਿਵੇਂ ਪ੍ਰਚਾਰ ਕਰਨਾ ਚਾਹੀਦਾ। ਤੇ ਉਹਨਾਂ ਮਹਾਂਪੁਰਖਾਂ ਦਾ ਬਚਨ ਸੀ, ਕਹਿੰਦੇ ਜਿਹੜਾ ਸਿੱਖ ਦਾ ਪਹਿਰਾਵਾ ਵਾ ਨਾ, ਇਹੀ ਇੱਕ ਪ੍ਰਚਾਰ ਆ। ਇਹਦੇ ਸੀਸ ਦੇ ਉੱਪਰ ਸੋਭ ਰਹੀ ਦਸਤਾਰ, ਮੁਖ ਤੇ ਪ੍ਰਕਾਸ਼ ਜਿਹੜਾ ਦਾੜਾ ਵਾ, ਸਾਬਤ ਸੂਰਤ ਦਸਤਾਰ ਸਦਾ, ਇਹੀ ਇੱਕ ਵਿਲੱਖਣਤਾ, ਇਹੀ ਇੱਕ ਪ੍ਰਚਾਰ ਆ। ਹਾਂਜੀ, ਹੁਣ ਸਿੱਖ ਕਿੰਨੇ ਸੰਜਮ ਨਾਲ ਵਿਚਰਦਾ, ਉਹਦੀ ਜਿਹੜੀ ਸੁਰਤੀ ਹੈ, ਜਿਹੜੀ ਸੋਚ ਹੈ, ਉਹ ਇੱਕ ਥਾਂ ਤੇ ਟਿਕੀ ਹੁੰਦੀ, ਉਹ ਵਿਚਰਦੀਆਂ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਜਥਾ ਪਿੰਡਰਾਂ ਹਰ ਸਾਲ ਹੀ ਜਿਵੇਂ ਗੁਰਮਤਿ ਦਾ ਪ੍ਰਚਾਰ ਕਰਨ ਲਈ ਪਿੰਡਾਂ ਵਿੱਚ ਜਾਣਾ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਕਾਦੀਆਂ ਨਗਰ ਆ, ਉੱਥੇ ਬਹੁਤ ਤਾਦਾਦ ਦੇ ਵਿੱਚ ਇਸਲਾਮ ਭਾਈਚਾਰਾ ਹੈ ਤੇ ਉੱਥੋਂ ਦੇ ਜਿਹੜੇ ਮੌਲਵੀ ਸੀ ਉਹਨਾਂ ਦੇਖਿਆ ਕਿ ਨੌਜਵਾਨ ਉਮਰ 20 ਸਾਲ ਦੇ, ਕੋਈ 15 ਸਾਲ ਦੇ, ਕੋਈ 25 ਸਾਲ ਦੇ ਸਿੰਘ ਜਦੋਂ ਸ਼ਾਮ ਨੂੰ ਬਾਹਰ ਵਿਚਰਨ ਦੀ ਸੈਰ ਕਰ ਲਈ ਉਹਨਾਂ ਜਾਣਾ ਤੇ ਉਹ ਸਾਰੇ ਨੇਮ ਨਾਲ ਬਾਣੀ ਪੜ੍ਹੀ ਜਾਂਦੇ ਹੁੰਦੇ ਸੀ। ਉਹ ਮੌਲਵੀ ਨੇ ਕਈ ਵਾਰੀ ਇਹ ਵਾਚ ਕੀਤਾ, ਦੇਖਿਆ ਨਾ, ਫਿਰ ਉਹ ਮਹਾਂਪੁਰਖਾਂ ਦਾ ਆਇਆ, ਮਹਾਂਪੁਰਖਾਂ ਪਾਸ ਆ, ਕਹਿੰਦਾ ਮਹਾਂਪੁਰਖੋ ਜਿਹੜੀ ਇੰਨੀ ਕੁ ਉਮਰ ਵਾ ਨਾ 20-25 ਸਾਲ ਦੀ, ਤੇ ਸੁਭਾਵਕ ਆ ਮਨ ਦੇ ਵਿੱਚ ਸ਼ਰਾਰਤ ਆਉਣੀ, ਇੱਕ ਦੂਸਰੇ ਨੂੰ ਗੱਲ ਕਰਨੀ, ਹਾਸਾ ਮਜ਼ਾਕ ਠੱਠਾ, ਕਹਿੰਦਾ ਇਹਨਾਂ ਵਿੱਚ ਤੁਸੀਂ ਕੀ ਭਰਿਆ ਹੋਇਆ। ਤੇ ਮਹਾਂਪੁਰਖਾਂ ਕਿਹਾ ਸੀ, ਕਹਿੰਦੇ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਜੀ ਹੋਈ ਦਮਦਮੀ ਟਕਸਾਲ ਆ ਤੇ ਉਹਦੇ ਇਹ ਵਿਦਿਆਰਥੀ ਹੈ। ਇਹ ਕਰਕੇ ਆਪਸ ਵਿੱਚ ਬਾਣੀ ਪੜ੍ਹਨਾ ਜਾਂ ਰੂਹਾਨੀਅਤ ਦੀਆਂ ਗੱਲਾਂ ਕਰਨੀਆਂ, ਇਹ ਆ ਉਹਨਾਂ ਵਿੱਚ। ਇਸ ਲਈ ਉੱਥੋਂ ਇਹ ਜਿਹੜੀ ਸਾਖੀ ਤੁਹਾਨੂੰ ਇਸ ਕਰਕੇ ਸੁਣਾਈ ਕਿ ਉਹ ਮੌਲਵੀ ਵੀ ਪ੍ਰਭਾਵਿਤ ਹੋਇਆ ਤੇ ਉਹਨਾਂ ਦੇ ਜੀਵਨ ਤੋਂ ਹੀ, ਉਹਨਾਂ ਨੂੰ ਦੇਖ ਕੇ, ਉਹਨਾਂ ਬੋਲ ਕੇ ਕੁਛ ਨਹੀਂ ਉਹਨੂੰ ਕਿਹਾ। ਤੇ ਇਸ ਲਈ ਜਿਹੜਾ ਸਿੱਖ ਦਾ ਆਪਣਾ ਜੀਵਨ ਵਾ ਨਾ, ਉਹੀ ਇੱਕ ਪ੍ਰਚਾਰ ਹੀ ਹੈ। ਬਿਲਕੁਲ ਜੀ। ਸੋ ਕਿੰਨੀ ਸੋਹਣੀ ਗੱਲ ਹੈ ਕਿ ਜਿਹੜਾ ਸਿੱਖੀ ਦਾ ਸਰੂਪ ਹੈ ਜਾਂ ਸਿੱਖੀ ਦੀ ਦਸਤਾਰ ਹੈ ਜਾਂ ਇਸ ਦਾ ਤੁਰਨਾ ਫਿਰਨਾ ਹੈ, ਵਿਚਰਨਾ ਹੈ, ਖਾਣਾ ਪੀਣਾ ਹੈ, ਉਹ ਆਪਣੇ ਆਪ ਵਿੱਚ ਹੀ ਇੱਕ ਪ੍ਰਚਾਰ ਹੈ। ਗੁਰੂ ਸਾਹਿਬ ਨੇ ਇੱਕ ਵਿਲੱਖਣ ਹੀ ਰੂਪ ਦੇ ਦਿੱਤਾ ਜਿਹੜਾ ਕਿ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਰਹਿ ਕੇ ਇਸ ਸੰਸਾਰ ਵਿੱਚ ਵਿਚਰਨ ਤੇ ਆਪਣੇ ਆਪ ਹੀ ਪ੍ਰਚਾਰ ਨੂੰ ਅੱਗੇ ਹੋ ਕੇ ਚਲਾਉਂਦਾ ਹੈ। ਹਰ ਸਿੱਖ ਪ੍ਰਚਾਰਕ ਹੈ। ਜਦੋਂ ਸਿੱਖ
ਜਨਮ ਵੀ ਲੈਂਦਾ ਹੈ ਤਾਂ ਉਸ ਨੂੰ ਗੁੜਤੀ ਵੀ ਗੁਰਬਾਣੀ ਦੀ ਹੀ ਦਿੱਤੀ ਜਾਂਦੀ ਹੈ, ਖੰਡੇ ਬਾਟੇ ਦੀ ਹੀ ਦਿੱਤੀ ਜਾਂਦੀ ਹੈ। ਇਸ ਲਈ ਅਸੀਂ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਜੀ ਇੱਥੇ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ। ਜੇ ਇਹਨਾਂ ਚੀਜ਼ਾਂ ਦੀ ਪ੍ਰਚਾਰ ਦੀ, ਪ੍ਰਸਾਰ ਦੀ, ਜਾਂ ਜਿਹੜੇ ਵੀ ਸਾਡੇ ਕੁਐਸਚਨ ਹੁੰਦੇ ਹਨ, ਜਦੋਂ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਆਉਂਦੇ ਹਾਂ ਤਾਂ ਇੱਥੇ ਕੇਵਲ ਤੇ ਕੇਵਲ ਕਿਸੇ ਇੱਕ ਧਰਮ ਨੂੰ ਜਾਂ ਕਿਸੇ ਇੱਕ ਨੂੰ ਪ੍ਰੈਫਰੈਂਸ ਨਹੀਂ, ਕੋਈ ਵੀ ਇੱਥੇ ਆ ਸਕਦਾ ਹੈ ਤੇ ਕਿਸੇ ਵੀ ਚੀਜ਼ ਦੀ ਰੈਫਰੈਂਸ ਲੈ ਸਕਦਾ ਹੈ। ਇੱਥੇ ਗੱਲ ਵੇਦਾਂ ਦੀ ਵੀ ਹੁੰਦੀ ਹੈ, ਇੱਥੇ ਸਮ੍ਰਿਤੀਆਂ ਦੀ ਵੀ ਹੁੰਦੀ ਹੈ, ਤੇ ਨਾਲ ਦੀ ਨਾਲ ਜਿਹੜੇ ਪੁਰਾਣ ਹਨ ਉਹਨਾਂ ਦੀ ਵੀ ਹੁੰਦੀ ਹੈ। ਤੇ ਫਿਰ ਉਹਨਾਂ ਨੂੰ ਗੁਰਬਾਣੀ ਦੀ ਕਸੌਟੀ ਤੇ ਵੀ ਪਰਖਿਆ ਜਾਂਦਾ ਹੈ। ਗੁਰਬਾਣੀ ਦੀ ਕਸੌਟੀ ਤੇ ਫਿਰ ਇਸ ਸੰਸਾਰ ਨੂੰ ਵੀ ਪਰਖਿਆ ਜਾਂਦਾ ਹੈ ਤੇ ਵੱਖ-ਵੱਖ ਵਿਚਾਰਾਂ ਦੇ ਵਿੱਚੋਂ ਮੂਲ ਨਿਚੋੜ ਕੱਢਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਿੰਨਾ ਉੱਚਾ ਤੇ ਸੁੱਚਾ ਹੈ, ਜਿਹੜਾ ਕਿ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਲੈ ਆਉਂਦਾ ਹੈ, ਵੱਖਵਾਦ ਨਹੀਂ ਕਰਦਾ ਤੇ ਸਾਂਝੀਵਾਦ ਦਾ ਉਪਦੇਸ਼ ਦਿੰਦਾ ਹੈ। ਖਾਲਸਾ ਜੀ, ਅਸੀਂ ਆਪ ਜੀ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਨਾਲ ਇੱਥੇ ਦੱਸਣਾ ਚਾਹਾਂਗੇ ਜਿਹੜੀ ਦਮਦਮੀ ਟਕਸਾਲ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਚਲਾਈ। ਉਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ। ਉਹਨਾਂ ਨੇ ਵੀ ਗੁਰਬਾਣੀ ਦੀਆਂ ਬੀੜਾਂ ਲਿਖ ਕੇ ਵੱਖ-ਵੱਖ ਥਾਵਾਂ ਤੇ ਭੇਜੀਆਂ, ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਭੇਜੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਸੰਸਾਰਕ ਗਿਆਨ ਵਿੱਚ ਵੀ ਉਹ ਕਿੰਨੇ ਮਾਹਰ ਹੋਣਗੇ। ਤੇ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਆਪ ਜੀ ਦਾ ਸਮਾਂ ਲੱਗੇ ਇੱਥੇ ਜ਼ਰੂਰ ਆਓ। ਜੋ ਸਾਡੇ ਸ਼ੰਕੇ ਹੁੰਦੇ ਹਨ ਜਾਂ ਕਈ ਕੁਐਸਚਨ ਹੁੰਦੇ ਹਨ ਉਹ ਵੀ ਦੂਰ ਹੁੰਦੇ ਹਨ ਤੇ ਇਸ ਦੇ ਨਾਲ ਆਮ ਲੋਕਾਂ ਨੂੰ ਵੀ ਬਹੁਤ ਪਤਾ ਲੱਗਦਾ ਹੈ ਕਿ ਅਸਲ ਵਿੱਚ ਸਿੱਖੀ ਹੈ ਕੀ ਤੇ ਇਹਨਾਂ ਦਾ ਸਿਧਾਂਤ ਕੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕਾ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ